ਹਾਂਜੀ ਦੋਸਤੋ, ਅੱਜ ਦਾ ਸ਼ਬਦ ਜਿਹੜਾ ਸਿੱਖ ਸ਼ਬਦਾਵਲੀ ਦੇ ਵਿੱਚੋਂ ਲੈ ਰਹੇ ਹਾਂ ਉਹ ਹੈ ਉਦਾਸੀ। ਇਸ ਸ਼ਬਦ ਦੇ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਮੇਰੀ ਆਪ ਨੂੰ ਸਭ ਨੂੰ ਬੇਨਤੀ ਹੈ ਕਿ ਸਿੱਖ ਆਡੀਓਪੀਡੀਆ ਜੋ ਅਸੀਂ ਸੀਰੀਜ਼ ਸ਼ੁਰੂ ਕੀਤੀ ਹੈ, ਇਸ ਵਿੱਚ ਰੋਜ਼ ਅਸੀਂ ਅਲਫਾਬੈਟਿਕਲੀ ਇੱਕ ਸ਼ਬਦ ਸਿੱਖ ਸ਼ਬਦਾਵਲੀ ਵਿੱਚੋਂ ਲੈ ਕੇ ਉਹਦੇ ਉੱਤੇ ਸੰਖੇਪ ਵਿਚਾਰ, ਸੰਖੇਪ ਜਾਣਕਾਰੀ ਸਾਂਝੀ ਕਰਾਂਗੇ। ਆਸ ਹੈ ਇਹ ਬਹੁਤ ਹੀ ਲਾਹੇਵੰਦੀ ਜਾਣਕਾਰੀ ਰਹੇਗੀ ਔਰ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਏਗਾ। ਔਰ ਮੈਂ ਅਗਲੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਕਿ ਇਹ ਚੈਨਲ ਜੋ ਹੈ ਸਬਸਕ੍ਰਾਈਬ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਦੋਸਤਾਂ ਨੂੰ ਵੀ ਇਸ ਚੈਨਲ ਦੇ ਬਾਰੇ ਦੱਸੋ। ਤੋ ਅੱਜ ਦੀ ਚਰਚਾ ਸ਼ੁਰੂ ਕਰਦੇ ਹਾਂ। ਅੱਜ ਦਾ ਸ਼ਬਦ ਹੈ ਉਦਾਸੀ। ਉਦਾਸੀ ਸ਼ਬਦ ਸਿੱਖ ਸ਼ਬਦਾਵਲੀ ਦੇ ਵਿੱਚ ਇੱਕ ਫਿਰਕੇ ਪ੍ਰਤੀ ਵੀ ਆਇਆ ਔਰ ਇੱਕ ਕਨਸੈਪਟ ਦੇ ਤੌਰ ਤੇ ਵੀ ਆਇਆ ਔਰ ਇਸ ਸ਼ਬਦ ਦਾ ਸੰਬੰਧ ਗੁਰੂ ਨਾਨਕ ਸਾਹਿਬ ਦੇ ਨਾਲ ਵੀ ਬਹੁਤ ਜ਼ਿਆਦਾ ਹੈ। ਅਸੀਂ ਗੱਲ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਸਾਹਿਬ ਤੋਂ। ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਸਾਰੇ ਜਿਹੜੇ ਸੱਜਣ ਜਾਣਦੇ ਨੇ ਉਹ ਸਾਰੇ ਇਸ ਗੱਲ ਤੋਂ ਭਲੀ ਭਾਂਤ ਜਾਣੂ ਨੇ ਕਿ ਗੁਰੂ ਨਾਨਕ ਸਾਹਿਬ ਸ਼ਾਇਦ ਭਾਰਤ ਦੇ ਪਹਿਲੇ ਧਾਰਮਿਕ ਮਹਾਂਪੁਰਸ਼ ਹਨ ਜਿਨ੍ਹਾਂ ਨੇ ਬਹੁਤ ਲੰਬੀਆਂ ਯਾਤਰਾਵਾਂ ਰਾਹੀਂ ਆਪਣਾ ਸੰਦੇਸ਼ ਜਿਹੜਾ ਉਹ ਦੁਨੀਆ ਤੱਕ ਪਹੁੰਚਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਪਤਾ ਹੈ ਕਿ ਪਰੰਪਰਾ ਹੈ ਕਿ ਉਹ ਅਰਬ ਦੇ ਵਿੱਚ ਔਰ ਈਰਾਨ ਦੇ ਵਿੱਚ, ਸ੍ਰੀਲੰਕਾ ਦੇ ਵਿੱਚ, ਤਿੱਬਤ ਤੱਕ ਵੀ ਜਿਹੜੇ ਨੇ ਗੁਰੂ ਨਾਨਕ ਸਾਹਿਬ ਆਪਣੇ ਸਾਥੀ ਮਰਦਾਨੇ ਦੇ ਨਾਲ ਯਾਤਰਾਵਾਂ ਕਰਕੇ ਬੜੇ ਔਖੇ ਪੈਂਡੇ ਗਾਹ ਕੇ ਪਹੁੰਚੇ ਨੇ ਔਰ ਇਹਨਾਂ ਯਾਤਰਾਵਾਂ ਨੂੰ ਸਿੱਖ ਸ਼ਬਦਾਵਲੀ ਦੇ ਵਿੱਚ ਉਦਾਸੀ ਕਿਹਾ ਗਿਆ ਹੈ। ਉਦਾਸੀ ਕਿਉਂ ਕਿਹਾ ਗਿਆ? ਕਿਉਂਕਿ ਉਦਾਸੀ ਸ਼ਬਦ ਦਾ ਮਤਲਬ ਅੱਜ ਵੀ ਸਾਨੂੰ ਬਹੁਤਿਆਂ ਨੂੰ ਪਤਾ ਹੈ ਕਿ ਵਿਰਕਤ ਬੰਦਾ ਜਿਹੜਾ ਹੈ, ਵਿਰਾਗੀ, ਜਿਸਦਾ ਸੰਸਾਰ ਤੋਂ ਮੋਹ ਟੁੱਟ ਗਿਆ, ਉਸ ਬੰਦੇ ਨੂੰ ਅਸੀਂ ਉਦਾਸ ਕਹਿੰਦੇ ਹਾਂ ਧਾਰਮਿਕ ਸ਼ਬਦਾਵਲੀ ਦੇ ਵਿੱਚ। ਔਰ ਗੁਰੂ ਨਾਨਕ ਸਾਹਿਬ ਦਾ ਜੀਵਨ ਜਦੋਂ ਅਸੀਂ ਪੜ੍ਹਦੇ ਹਾਂ, ਖਾਸ ਕਰਕੇ ਜਨਮ ਸਾਖੀਆਂ ਦੇ ਵਿੱਚ, ਤਾਂ ਇਸ ਤਰ੍ਹਾਂ ਦੀਆਂ ਸੂਚਨਾਵਾਂ ਜਨਮ ਸਾਖੀ ਵਾਲਿਆਂ ਨੇ ਲਿਖੀਆਂ ਨੇ ਕਿ ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਲਾਈਫ ਦੇ ਵਿੱਚ ਸਾਧੂ ਸੰਤਾਂ ਦੀ ਸੰਗਤ ਨੂੰ ਬਹੁਤ ਪਸੰਦ ਕਰਦੇ ਸੀ ਔਰ ਘਰ ਦੇ ਵਿੱਚ ਜਾਂ ਘਰ ਦੇ ਕੰਮਾਂ ਦੇ ਵਿੱਚ ਉਹਨਾਂ ਦਾ ਬਹੁਤਾ ਦਿਲ ਨਹੀਂ ਸੀ ਲੱਗਦਾ ਅਤੇ ਉਹ ਕਈ ਵਾਰ ਉਹਨਾਂ ਸਾਧੂ ਸੰਤਾਂ ਦੀ ਸੰਗਤ ਕਰਕੇ ਉਹਨਾਂ ਕੋਲੋਂ ਪਰਮਾਤਮਾ ਬਾਰੇ ਜਾਂ ਜਿਹੜਾ ਇਹ ਅਧਿਆਤਮ ਦਾ ਮਾਰਗ ਹੈ ਉਹਦੇ ਬਾਰੇ ਸੁਣ ਕੇ, ਸਮਝ ਕੇ ਆਪਣਾ ਜ਼ਿਆਦਾ ਸਮਾਂ ਜਿਹੜਾ ਉਹ ਲੰਘਾਉਂਦੇ ਸਨ। ਇੱਥੋਂ ਤੱਕ ਵੀ ਕਿਹਾ ਗਿਆ ਕਿ ਉਹ ਸ਼ਮਸ਼ਾਨ ਘਾਟਾਂ ਦੇ ਵਿੱਚ ਲੰਬੀ ਦੇਰ ਤੱਕ ਬੈਠੇ ਰਹਿੰਦੇ ਸੀ, ਉਦਾਸ ਜਿਹਨੂੰ ਕਹਿੰਦੇ ਆ। ਇਹ ਉਦਾਸੀ ਜਿਹੜੀ ਹੈ ਇੱਕ ਕਨਸੈਪਟ ਵੀ ਹੈ ਅਧਿਆਤਮਿਕ ਜਗਤ ਦੇ ਵਿੱਚ। ਜਦੋਂ ਮਨੁੱਖ ਨੂੰ ਇਹ ਸੰਸਾਰ, ਇਹ ਜਗਤ ਤੁੱਛ ਲੱਗਣ ਲੱਗ ਜਾਂਦਾ ਤਾਂ ਉਹਦੇ ਮਨ ਵਿੱਚ ਇੱਕ ਵਿਰਾਗ ਪੈਦਾ ਹੁੰਦਾ ਹੈ ਕਿ ਮੈਂ ਆਪਣੇ ਨਿੱਜ ਘਰ ਦੇ ਵਿੱਚ ਜਾਵਾਂ। ਤੋ ਇਹ ਇੱਕ ਅਵਸਥਾ ਵੀ ਹੈ ਉਦਾਸੀ ਦੀ, ਜਿਹੜੀ ਕਿ ਅਧਿਆਤਮ ਦੇ ਪਾਂਧੀ ਦੀ ਮੁੱਢਲੀ ਅਵਸਥਾ ਹੈ। ਔਰ ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਨੂੰ ਉਦਾਸੀ ਕਿਹਾ ਗਿਆ। ਇਹ ਉਦਾਸੀਆਂ ਜਿਹੜੀਆਂ ਨੇ ਇਹਦਾ ਜ਼ਿਕਰ ਜਿਹੜਾ ਭਾਈ ਗੁਰਦਾਸ ਨੇ ਵੀ ਕੀਤਾ, ਜਿਵੇਂ ਕਿ ਉਹ ਕਹਿੰਦੇ ਨੇ, ਫਿਰ ਬਾਬੇ ਭੇਖ ਬਣਾਇਆ
ਉਦਾਸੀ ਕੀ ਰੀਤ ਚਲਾਈ। ਇਹ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਭਾਈ ਗੁਰਦਾਸ ਨੇ ਲਿਖਿਆ। ਔਰ ਫਿਰ ਉਹਨਾਂ ਨੇ ਇਹ ਲਿਖਿਆ ਕਿ ਜਦੋਂ ਸਾਰੀਆਂ ਉਦਾਸੀਆਂ ਦਾ ਕੰਮ ਖਤਮ ਹੋ ਗਿਆ ਅਤੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਆ ਗਏ, ਤਾਂ ਫਿਰ ਉਸ ਵੇਲੇ ਉਹਨਾਂ ਨੇ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਤੋ ਇਹ ਇੱਕ ਖਾਸ ਭੇਖ ਸੀ ਉਦਾਸੀਆਂ ਦਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਉਦਾਸੀ ਭੇਖ ਕੀ ਹੈ। ਉਦਾਸੀ ਭੇਖ ਇਹ ਹੈ ਕਿ ਇੱਕ ਸੰਪਰਦਾਇ ਜਿਹੜੀ ਹੈ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਜਿਹਦੇ ਬਾਰੇ ਲਿਖਤੀ ਤੌਰ 'ਤੇ ਇਤਿਹਾਸਕ ਤੌਰ 'ਤੇ ਤਾਂ ਸ਼ਾਇਦ ਸਾਡੇ ਕੋਲ ਬਹੁਤੀ ਸਮੱਗਰੀ ਨਹੀਂ ਹੈ, ਪਰੰਤੂ ਐਸਾ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸਮੇਂ ਜਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇੱਕ ਮੱਤ ਅਜਿਹਾ ਚੱਲਿਆ ਸੀ ਜਿਹਦੇ ਵਿੱਚ ਨਾਥ ਅਤੇ ਯੋਗੀਆਂ ਦਾ ਬਹੁਤ ਪ੍ਰਭਾਵ ਸੀ, ਔਰ ਸਭ ਤੋਂ ਜ਼ਿਆਦਾ ਪ੍ਰਭਾਵ ਉਹਨਾਂ ਦੇ ਉੱਤੇ ਸ਼ੈਵ ਮੱਤ ਦਾ ਸੀ। ਇੱਕ ਮਿਲਗੋਭਾ ਮੱਤ ਸੀ, ਔਰ ਇਸ ਮੱਤ ਨੂੰ ਉਸ ਵੇਲੇ ਲੋਕ ਉਦਾਸੀ ਕਹਿੰਦੇ ਸੀ, ਕਿਉਂਕਿ ਇਹ ਲੋਕ ਆਪਣਾ ਘਰ-ਬਾਰ ਤਿਆਗ ਕੇ ਅਤੇ ਜੰਗਲਾਂ ਦੇ ਵਿੱਚ ਜਾਂ ਇਕਾਂਤ ਦੇ ਵਿੱਚ ਜਾ ਕੇ ਬੜੇ ਮਤਲਬ ਉਦਾਸ ਹੋ ਕੇ ਸੰਸਾਰਕ ਜ਼ਿੰਦਗੀ ਤੋਂ ਆਪਣਾ ਜੀਵਨ ਬਸਰ ਕਰਦੇ ਸੀ, ਨਾਮ ਸਿਮਰਨ ਕਰਦੇ ਸੀ, ਭਗਤੀ ਕਰਦੇ ਸੀ। ਅਤੇ ਇਹ ਲੋਕ ਜਿਹੜੇ ਨੇ ਇਹ ਖਾਸ ਇੱਕ ਗੇਰੂਏ ਰੰਗ ਦੇ ਕੱਪੜੇ ਪਾਉਂਦੇ ਸੀ, ਜਿਹਨੂੰ ਮਜੀਠਾ ਰੰਗ ਵੀ ਕਈ ਵਾਰੀ ਕਿਹਾ ਗਿਆ। ਬਾਣੀ ਦੇ ਵਿੱਚ ਵੀ ਮਜੀਠੇ ਰੰਗ ਦੀ ਜਿਹੜੀ ਹੈ ਬੜੀ ਉਪਮਾ ਕੀਤੀ ਗਈ ਹੈ। ਤੋ ਇਹ ਉਸ ਵੇਲੇ ਦਾ ਜਿਹੜਾ ਇੱਕ ਸਰਵ ਪ੍ਰਵਾਨਿਤ ਜਾਂ ਬਹੁਤ ਲੋਕਪ੍ਰਿਯ ਮੱਤ ਸੀ, ਜਿਹੜਾ ਅਸੀਂ ਕਹਿ ਸਕਦੇ ਹਾਂ ਕੋਈ ਖਾਸ ਕਿਸੇ ਮੱਤ ਨਾਲ ਸੰਬੰਧਿਤ ਨਹੀਂ ਸੀ। ਇਹ ਮਿਲਗੋਭਾ ਮੱਤ ਸੀ, ਔਰ ਗੁਰੂ ਨਾਨਕ ਸਾਹਿਬ ਨੇ ਲਗਭਗ ਉਸ ਜਿਹੜਾ ਲੋਕਪ੍ਰਿਯ ਉਸ ਵੇਲੇ ਦਾ ਮੱਤ ਸੀ ਉਹਦੇ ਭੇਖ ਨੂੰ ਅਪਣਾ ਕੇ ਹੀ ਯਾਤਰਾਵਾਂ ਕੀਤੀਆਂ। ਔਰ ਗੁਰੂ ਨਾਨਕ ਸਾਹਿਬ ਬਾਰੇ ਇੱਕ ਹੋਰ ਰੈਫਰੈਂਸ ਉਹਨਾਂ ਦੀ ਆਪਣੀ ਬਾਣੀ ਦੇ ਵਿੱਚ ਮਿਲਦਾ ਹੈ। ਉਹਨਾਂ ਦੀ ਆਪਣੀ ਬਾਣੀ ਜਿਹੜੀ ਹੈ ਸਿੱਧ ਗੋਸ਼ਟ, ਉਹਦੇ ਵਿੱਚ ਜਿਹੜਾ ਇਹ ਗੱਲ ਸਿੱਧ ਪੁੱਛਦੇ ਨੇ ਕਿ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਕਿਸ ਗੱਲ ਕਰਕੇ ਉਦਾਸ ਹੋ ਕੇ, ਉਦਾਸੀ ਧਾਰਨ ਕਰਕੇ, ਘਰ-ਬਾਰ ਤਿਆਗ ਕਰਕੇ ਆ ਗਏ ਹੋ। ਤਾਂ ਇਹਦਾ ਜਵਾਬ ਉਸੇ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਗੁਰਮੁਖ ਖੋਜਤ ਭਏ ਉਦਾਸੀ, ਕਿ ਮੈਂ ਜਿਹੜਾ ਆਇਆ ਨਾ ਦੁਨੀਆ ਨੂੰ ਮਤਲਬ ਯਾਤਰਾਵਾਂ ਕਰ ਰਿਹਾ, ਉਦਾਸੀ ਭੇਖ ਅਪਣਾਇਆ, ਉਹਦਾ ਕਾਰਨ ਇਹ ਕਿ ਮੈਂ ਆਪਣੇ ਵਰਗੇ ਜਿਹੜੇ ਹੋਰ ਚੰਗੇ ਲੋਕ ਨੇ ਗੁਰਮੁਖ, ਉਹਨਾਂ ਦੀ ਭਾਲ ਕਰਕੇ ਅਤੇ ਉਹਨਾਂ ਦੀ ਮਦਦ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਉਹ ਸੰਸਾਰ ਦੇ ਵਿੱਚ ਇੱਕ ਅਮਨ ਸ਼ਾਂਤੀ ਜਾਂ ਤੁਸੀਂ ਕਹਿ ਲਓ ਜਿਹੜਾ ਚੰਗਾ ਵਾਤਾਵਰਨ ਹੈ ਉਹਨੂੰ ਸਥਾਪਿਤ ਕਰਨ ਦੇ ਉਦੇਸ਼ ਦੇ ਨਾਲ ਮੈਂ ਉਦਾਸੀਆਂ ਯਾਤਰਾਵਾਂ ਕਰ ਰਿਹਾ। ਇਹਦਾ ਜਵਾਬ ਉਦਾਸੀਆਂ ਕਿਉਂ ਕੀਤੀਆਂ, ਇਹਦਾ ਜਵਾਬ ਗੁਰੂ ਨਾਨਕ ਸਾਹਿਬ ਖੁਦ ਹੀ ਦੇ ਰਹੇ ਨੇ ਕਿ ਗੁਰਮੁਖ ਖੋਜਤ ਭਏ ਉਦਾਸੀ। ਤੋ ਇਸ ਤਰ੍ਹਾਂ ਲੱਗਦਾ ਕਿ ਕਰਤਾਰਪੁਰ ਆ ਕੇ ਉਹਨਾਂ ਨੇ ਜਦੋਂ ਆਪਣਾ ਭੇਖ ਉਤਾਰ ਦਿੱਤਾ ਤਾਂ ਉਹਨਾਂ ਦਾ ਜਿਹੜਾ ਵੱਡਾ ਸਾਹਿਬਜ਼ਾਦਾ ਸੀ ਸ੍ਰੀ ਚੰਦ, ਉਹ ਗੁਰੂ ਨਾਨਕ ਸਾਹਿਬ ਤੋਂ ਬੜਾ ਮੁਤਾਸਰ ਸੀ ਅਤੇ ਉਹਨੇ ਇਹ ਭੇਖ ਨਹੀਂ ਉਤਾਰਿਆ। ਉਹ ਆਪਣੇ ਪਿਤਾ ਦੇ ਪਦ ਚਿੰਨ੍ਹਾਂ ਦੇ ਚਲਦਿਆਂ ਉਹ ਉਦਾਸੀ ਮੱਤ ਨੂੰ ਹੀ ਜਿਹੜਾ ਸਮਰਪਿਤ ਰਿਹਾ। ਔਰ ਸ੍ਰੀ ਚੰਦ ਦੇ ਬਾਰੇ ਅਸੀਂ ਜਦੋਂ ਸ੍ਰੀ ਚੰਦ ਦੀ ਵਾਰੀ ਆਏਗੀ, ਜਦੋਂ ਸ਼ਬਦ ਵਿਚਾਰਾਂਗੇ, ਇਹਦੇ ਜੀਵਨ ਬਾਰੇ ਵੀ ਵੇਖਾਂਗੇ, ਪਰ ਇੱਥੇ ਇੰਨੀ ਗੱਲ ਕਹਿ ਦਈਏ ਕਿ ਉਹਦੇ ਪਿੱਛੋਂ ਇਹ ਉਦਾਸੀ ਮੱਤ ਜਿਹੜਾ ਪਹਿਲਾਂ ਇੱਕ ਮਿਲਗੋਭਾ ਮੱਤ ਸੀ ਔਰ ਇਹਦਾ ਕੋਈ ਰੂਪ ਰੰਗ ਜਾਂ ਜਥੇਬੰਦਕ ਰੂਪ ਨਹੀਂ ਸੀ, ਸ੍ਰੀ ਚੰਦ ਤੋਂ ਬਾਅਦ ਇਸ ਮੱਤ ਦਾ ਇੱਕ ਜਥੇਬੰਦਕ ਰੂਪ ਜਿਹੜਾ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਜਿਵੇਂ ਕਿ ਰਵਾਇਤ ਹੈ ਕਿ ਸ੍ਰੀ ਚੰਦ ਦੀ ਸ਼ਾਇਦ ਉਮਰ ਜਿਹੜੀ ਹੈ ਬਹੁਤ ਲੰਬੀ ਸੀ ਔਰ 1597-98 ਦੇ ਵਿੱਚ ਇਹਦਾ ਜਨਮ ਹੁੰਦਾ ਹੈ, 1498 ਜਾਂ 97 ਦੇ ਵਿੱਚ, ਔਰ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੱਕ ਇਹਨਾਂ ਦਾ ਜੀਵਨ ਜਿਹੜਾ ਬਾਬਾ ਸ੍ਰੀ ਚੰਦ ਦਾ ਹੋ ਰਿਹਾ। ਇਹਨਾਂ ਤੋਂ ਬਾਅਦ ਜਿਹੜਾ ਇਸ ਮੱਤ ਦੀ ਜਿਹੜੀ ਕਮਾਂਡ ਜਾਂ ਅਗਵਾਈ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਦੇ
ਵੱਡੇ ਸਾਹਿਬਜ਼ਾਦੇ ਸੂਰਜਮਲ ਨੇ ਨਾ ਸੌਰੀ ਬਾਬਾ ਗੁਰਦਿੱਤਾ ਜੀ ਨੇ ਸੰਭਾਲੀ ਹੈ। ਔਰ ਉਹਨਾਂ ਤੋਂ ਬਾਅਦ ਇਹਦਾ ਵਿਕਾਸ ਬਹੁਤ ਜ਼ਿਆਦਾ ਹੋਇਆ। 6 ਧੂਣੇ 4 ਇਸ ਤਰ੍ਹਾਂ ਦੇ ਉਹਨਾਂ ਨੇ ਜਿਹੜੇ ਧੂਣੇ ਬਣਾ ਕੇ 4 ਸੰਪਰਦਾਵਾਂ, ਜਿਵੇਂ ਅੱਜ 4 ਤਖਤ ਨੇ ਜਾਂ 4 ਸ਼ੰਕਰਾਚਾਰੀਆਂ ਦੀਆਂ ਗੱਦੀਆਂ ਨੇ, ਉਸ ਤਰ੍ਹਾਂ ਇਸ ਮੱਤ ਦੀਆਂ ਵੀ 4 ਗੱਦੀਆਂ ਜਿਹੜੀਆਂ ਨੇ, 4 ਧੂਣੇ ਜਿਹੜੇ ਨੇ, ਉਹ 6 ਬਖਸ਼ਿਸ਼ਾਂ ਜਿਹੜੀਆਂ ਨੇ, ਇਸ ਤਰ੍ਹਾਂ ਉਹਨੂੰ ਪ੍ਰਚਾਰ ਕੀਤਾ ਗਿਆ। ਔਰ ਇਹ ਪ੍ਰਚਾਰ ਬਹੁਤ ਜ਼ਿਆਦਾ ਰਿਹਾ। ਕੁਝ ਉਦਾਸੀਆਂ ਦਾ ਜਿਹੜਾ ਜੀਵਨ ਉਹ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੇ ਵਿੱਚ ਵੀ ਮਿਲਦਾ ਹੈ, ਉਹਨਾਂ ਦੇ ਇਤਿਹਾਸ ਦੇ ਵਿੱਚ ਵੀ ਉਹਨਾਂ ਦੇ ਰੈਫਰੈਂਸ ਹੁੰਦੇ ਨੇ। ਈਵਨ ਕਿ ਕੁਝ ਉਦਾਸੀ ਜਿਹੜੇ ਨੇ ਉਹ ਸ਼ਹੀਦ ਵੀ ਹੋਏ ਨੇ ਜੰਗਾਂ ਦੇ ਵਿੱਚ। ਔਰ ਅੱਗੇ ਜਾ ਕੇ ਅਸੀਂ ਦੇਖਦੇ ਹਾਂ ਜਦੋਂ ਸਿੱਖਾਂ ਦੇ ਉੱਤੇ ਬਹੁਤ ਭੀੜ ਬਣ ਗਈ 18ਵੀਂ ਸਦੀ ਦੇ ਵਿੱਚ, ਤਾਂ ਉਸ ਵੇਲੇ ਜਿਹੜੇ ਸਿੱਖਾਂ ਦੀ ਧਾਰਮਿਕ ਜਿਹੜੀ ਪ੍ਰਤੀਨਿਧਤਾ ਹੈ, ਅਧਿਆਤਮਕ ਪ੍ਰਤੀਨਿਧਤਾ, ਉਹ ਨਿਰਮਲੇ ਅਤੇ ਉਦਾਸੀ ਹੀ ਕਰਦੇ ਸੀਗੇ। ਔਰ ਇਹੀ ਕਾਰਨ ਹੈ ਕਿ ਉਦਾਸੀਆਂ ਦਾ ਸਿੱਖ ਧਰਮ ਦੇ ਉੱਤੇ ਬਹੁਤ ਗਹਿਰੀ ਛਾਪ ਅਸੀਂ ਕਹਿ ਸਕਦੇ ਹਾਂ ਕਿ ਪਈ ਹੈ। ਇਹਨਾਂ ਦੁਆਰਾ ਕੀਤੀ ਵਿਆਖਿਆ, ਇਹਨਾਂ ਦੁਆਰਾ ਲਿਖੇ ਗ੍ਰੰਥ, ਇਹਨਾਂ ਦੁਆਰਾ ਲਿਖਿਆ ਇਤਿਹਾਸ ਜਿਹੜਾ ਹੈ, ਉਹ ਹੀ ਅੱਗੇ ਜਿਹੜਾ ਸੀਨਾ ਬਸੀਨਾ ਜਿਹੜਾ ਉਹ ਅੱਗੇ ਚੱਲਿਆ। ਔਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਇਹ ਉਦਾਸੀ ਮਹੰਤ ਜਿਹੜੇ ਨੇ, ਪੁਜਾਰੀ ਜਿਹੜੇ ਨੇ, ਇਹਨਾਂ ਨੂੰ ਬਹੁਤ ਜ਼ਿਆਦਾ ਸਰਪ੍ਰਸਤੀ ਦਿੱਤੀ ਗਈ ਸਿੱਖ ਰਾਜ ਵੱਲੋਂ। ਔਰ ਬਾਅਦ ਵਿੱਚ ਅਸੀਂ ਜਾਣਦੇ ਹਾਂ ਕਿ ਇਹ ਇੰਨੇ ਤਗੜੇ ਹੋ ਗਏ ਉਦਾਸੀ, ਇਹ ਫਿਰ 1920 'ਚ ਜਿਹੜਾ ਅਕਾਲੀ ਮੂਵਮੈਂਟ ਸ਼ੁਰੂ ਹੁੰਦੀ ਹੈ, ਤਾਂ ਉਹ ਅਕਾਲੀ ਮੂਵਮੈਂਟ ਨੇ ਫਿਰ ਇਹਨਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਾਉਣ ਵਾਸਤੇ ਜਿਹੜਾ ਬੜਾ ਵੱਡਾ ਸੰਘਰਸ਼ ਕੀਤਾ। ਗੁਰਦੁਆਰਾ ਸੁਧਾਰ ਲਹਿਰ ਚੱਲਦੀ ਹੈ। ਔਰ ਇਸ ਤਰੀਕੇ ਨਾਲ ਉਦਾਸੀ ਜਿਹੜੇ ਨੇ ਉਹ ਉਹਨਾਂ ਤੋਂ ਕੌਮ ਨੂੰ ਛੁਟਕਾਰਾ ਮਿਲਦਾ। ਪਰ ਇਹਨਾਂ ਨੇ ਉਸ ਤੋਂ ਬਾਅਦ ਇਸ ਡਰ ਕਰਕੇ ਕਿ ਕਿਤੇ ਸਾਡੇ ਡੇਰੇ ਜਿਹੜੇ ਨੇ, ਇਹਨਾਂ ਦੇ ਉੱਤੇ ਜਿਹੜੇ ਅਕਾਲੀ ਸਿੰਘ ਨੇ ਇਹ ਕਬਜ਼ੇ ਨਾ ਕਰ ਲੈਣ, ਇਹਨਾਂ ਨੇ ਲਗਭਗ ਦਿਨੋਂ ਦਿਨ ਫਿਰ ਆਪਣੇ ਆਪ ਨੂੰ ਸਿੱਖ ਪੰਥ ਤੋਂ ਜਿਹੜਾ ਉਹ ਵੱਖ ਕਰਨਾ ਸ਼ੁਰੂ ਕਰ ਦਿੱਤਾ। ਤੋ ਇਹ ਇੱਕ ਸੰਖੇਪ ਜਾਣਕਾਰੀ ਹੈ ਉਦਾਸੀ ਸ਼ਬਦ ਦੇ ਬਾਰੇ। ਅਗਲਾ ਸ਼ਬਦ ਲੈ ਕੇ ਅਸੀਂ ਛੇਤੀ ਹਾਜ਼ਰ ਹੋਵਾਂਗੇ। ਥੈਂਕ ਯੂ ਵੈਰੀ ਮੱਚ।